पंजाब बीजेपी ਦੇ ਆਗੂ पूरी टीम ਜਿਹੜੀ ਹੈ पंजाब बीजेपी ਪ੍ਰਧਾਨ ਦੇ ਨਾਲ ਜਾ ਕੇ ਮੁਲਾਕਾਤ ਕਰਕੇ ਆਈ ਹੈ ਕੇਂਦਰੀ ਮੰਤਰੀਆਂ ਦੇ ਨਾਲ ਅਮਿਤ ਸ਼ਾਹ ਹੋਣਾ ਨਾਲ ਜਾਂ ਫਿਰ ਨਰਿੰਦਰ ਸਿੰਘ ਤੋਮਰ ਹੋਣਾ ਨਾਲ ਜਾਂ ਫਿਰ ਰਾਜਨਾਥ ਸਿੰਘ ਹੋਣਾ ਨਾਲ ਇਹਨਾਂ ਮੀਟਿੰਗਸ ਵਿੱਚ ਕੀ ਕੁਝ ਫੀਡਬੈਕ ਸ਼ੇਅਰ ਹੋਇਆ ਕੀ ਗੱਲਬਾਤ ਹੋਈ ਗੱਲਬਾਤ ਕਿਵੇਂ ਅੱਗੇ ਵਧੇਗੀ ਕਿਸਾਨਾਂ ਦੇ ਨਾਲ ਇਸ ਬਾਰੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਬੀਜੇਪੀ ਦੇ ਦੋ ਆਗੂ ਨੇ ਸਾਡੇ ਨਾਲ ਨੇ ਜੀਵਨ ਸ਼ਰਮਾ ਤੇ ਨਾਲ ਨੇ ਸੁਭਾਸ਼ ਸ਼ਰਮਾ ਸਵਾਗਤ ਹੈ ਤੁਹਾਡਾ ਗੱਲਬਾਤ ਕਰਨ ਤੁਸੀਂ ਗਏ ਹੋਏ ਸੀ तमाम ਮੰਤਰੀਆਂ ਦੇ ਨਾਲ ਗੱਲਬਾਤ ਹੋਈ ਕਿਵੇਂ ਹੁਣ ਜਿਹੜਾ ਹੈ ਗੱਲਬਾਤ ਦਾ ਸਿਲਸਿਲਾ ਕਿਸਾਨਾਂ ਨਾਲ ਅੱਗੇ ਵਧੇਗਾ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਔਰ ਉਹਦੇ ਬਾਰੇ ਵੀ ਚਰਚਾ ਜਿਹੜੀ ਆ ਉਹਨਾਂ ਨਾਲ ਅਸੀਂ ਪਹਿਲਾਂ ਵੀ ਉਹਨਾਂ ਦੇ ਧਿਆਨ 'ਚ ਲਿਆਂਦੇ ਰਹੇ ਹਾਂ ਤੇ ਹੁਣ ਵੀ ਉਹਨਾਂ ਦੇ ਧਿਆਨ 'ਚ ਕੁਝ ਚੀਜ਼ਾਂ ਅਸੀਂ ਲਿਆਂਦੀਆਂ ਔਰ ਉਹਨਾਂ ਦੇ ਆਧਾਰ ਦੇ ਉੱਪਰ ਹੀ ਸਾਡੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ ਔਰ ਕੇਂਦਰ ਦੀ ਸਰਕਾਰ ਨੇ ਬੜਾ ਅੱਛਾ ਇੱਕ ਉਪਰਾਲਾ ਕਰਕੇ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਕਿਸਾਨਾਂ ਦੀਆਂ ਡਿਮਾਂਡ ਸੀਗੀਆਂ ਉਹਨਾਂ ਦੀਆਂ ਮੰਗਾਂ ਸੀਗੀਆਂ ਉਹਦੇ ਤੇ ਬੜੇ ਅੱਛੇ ਪ੍ਰਸਤਾਵ ਭੇਜੇ ਔਰ ਹੁਣ ਤਾਂ ਜਿਹੜੀ ਬਾਉਲ ਹੈ ਉਹ ਕਿਸਾਨਾਂ ਦੇ ਪਾਲੇ 'ਚ ਹੈ ਉਹਨਾਂ ਨੇ ਨਿਰਣੇ ਕਰਨਾ ਹੈ ਔਰ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਰਿਜ਼ਲਟ ਜਿਹੜਾ ਅੱਛਾ ਆਏਗਾ ਔਰ ਅੰਦੋਲਨ ਕਿਸਾਨ ਭਰਾ ਸਮਾਪਤ ਕਰਨਗੇ ਜੀ ਗੱਲਬਾਤ ਵਿੱਚ ਤੁਸੀਂ ਵੀ ਸ਼ਾਮਿਲ ਸੀ ਕਿ ਤੁਸੀਂ ਕਿਹਾ ਇੱਕ ਵਾਰ ਵੀ ਸਰਕਾਰ ਨਾਲ ਕੁਝ ਇੱਦਾਂ ਦਾ ਫੀਡਬੈਕ ਹੋਇਆ ਕਿ ਬਿੱਲ ਵਾਪਸ ਕਰਨੇ ਚਾਹੀਦੇ नहीं बिल्कुल नहीं देखो कानून किसानों के हित च बने हैं और भारतीय जनता पार्टी की केंद्र की सरकार भी भारतीय जनता पार्टी भी लगातार असी ये गल कह रहे हैं कि ये किसानों का फायदा होएगा किसानों नूं अल्टरनेट मार्केट मिलेगी हाँ अगर किसानों के कुछ खदशे ने किसानों दी कुछ आशंकावां ने पार्टी भी सरकार भी सुनने लई तैयार है और तुसीं देखिया होएगा लगातार साडियां 6 मीटिंगां साडे केंद्रीय मंत्रियों ने कीतियां किसान प्रतिनिधियों के नाल कीतियां और जो आशंके उन्होंने जाहिर किए सारे आशंकियां का समाधान साडी सरकार ने किया चाहे वो MSP की गल सी चाहे वो सरकारी मंडी की गल सी चाहे वो पैन कार्ड खरीदण का मसला सी चाहे वो कोर्ट जाण की किसानों की मंग सी सारिया मंगां मनदे हुए केंद्र सरकार ने एक प्रस्ताव लिखित च भेजिया गल्ली बाती नहीं कि असीं सारे संशोधन करने लई तैयार हैं और साडी सरकार तो इन्ने खुले मन नाल काम कर रही है नरेंद्र तोमर जी ने अज भी कहा सवेरे कि इस तो इलावा भी अगर किसान भरावां नूं कोई लगता है कोई होर संशोधन करने लई तैयार है असी इन्हां तिन्नां कानूनां दे एक क्लॉज ते चर्चा करके वो गल करन नूं तैयार है और हुणे प्रधानमंत्री जी ਦਾ ਗੁਜਰਾਤ ਦੌਰਾ ਚੱਲ ਰਿਹਾ ਸੀ ਮੈਂ ਉਹਨਾਂ ਨੂੰ ਲਾਈਵ ਸੁਣ ਰਿਹਾ ਸੀਗਾ ਉੱਥੇ ਉਹਨਾਂ ਨੇ ਕਿਸਾਨਾਂ ਨਾਲ ਮੁਲਾਕਾਤ ਵੀ ਕੀਤੀ ਹੈ ਗੁਜਰਾਤ ਦਿਆਂ ਨਾਲ ਔਰ ਉੱਥੇ ਉਹਨਾਂ ਨੇ ਫਿਰ ਆਪਣੇ ਭਾਸ਼ਣ 'ਚ ਇਹ ਗੱਲ ਦੁਹਰਾਈ ਹੈ ਕਿ ਕਿਸਾਨ ਭਰਾਵਾਂ ਲਈ ਸਾਡੇ ਦਰਵਾਜ਼ੇ ਬਿਲਕੁਲ ਖੁੱਲ੍ਹੇ ਨੇ ਕਿਸੇ ਤਰ੍ਹਾਂ ਦੀ ਵੀ ਅਗਰ ਉਹਨਾਂ ਦਾ ਸੁਝਾਅ ਹੈ ਇਹਦੇ ਸੰਸ਼ੋਧਨ ਕਰਨ ਲਈ ਅਸੀਂ ਤਿਆਰ ਹਾਂ ਔਰ ਇਹ ਸਾਡੇ 3 ਦਿਨ ਦੀ ਜਿਹੜੀਆਂ ਮੀਟਿੰਗਾਂ ਹੋਈਆਂ ਹੈ ਕੇਂਦਰੀ ਮੰਤਰੀਆਂ ਨਾਲ ਉੱਥੇ ਵੀ ਇਹੀ ਗੱਲ ਆਈ ਹੈ ਕਿ ਅਸੀਂ ਬਿਲਕੁਲ ਤਿਆਰ ਹਾਂ ਜੋ ਵੀ ਵਿਸ਼ੇ ਕਿਸਾਨ ਭਰਾ ਰੱਖਣਗੇ ਜੋ ਵੀ ਉਹਨਾਂ ਦੀਆਂ ਸ਼ੰਕਾਵਾਂ ਹੋਣਗੀਆਂ ਅਸੀਂ ਉਹਨਾਂ ਨੂੰ ਦੂਰ ਕਰਾਂਗੇ ਸ਼ੰਕਾਵਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸ਼ੰਕਾਵਾਂ ਜਿਹੜੀਆਂ ਦੂਰ ਕੀਤੀਆਂ ਜਾਣਗੀਆਂ ਪਰ ਕਿਸਾਨ ਤਾਂ ਕਹਿ ਰਹੇ ਨੇ ਸ਼ੰਕਾਵਾਂ ਹੀ ਸ਼ੰਕਾਵਾਂ ਨੇ ਤੁਸੀਂ ਤਿੰਨੋਂ ਬਿੱਲ ਜਦ ਤੁਸੀਂ ਇੰਨੀਆਂ ਅਮੈਂਡਮੈਂਟਸ ਕਰਨ ਲਈ ਤਿਆਰ ਹੋ ਤਾਂ ਬਿੱਲ ਵਾਪਸ ਕਰਨ ਦਾ ਕੋਈ ਫੀਡਬੈਕ ਇਹਦਾ ਤੁਸੀਂ ਸ਼ੇਅਰ ਕੀਤਾ ਹੈ ਪੰਜਾਬ ਵੱਲੋਂ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਅਸੀਂ ਇਕੱਲੇ ਵੀ ਹਾਂ ਮਤਲਬ ਅਲਾਇੰਸ 'ਚ ਨਹੀਂ ਆ ਜੋ ਅਟੈਕਸ ਹੋ ਰਹੇ ਨੇ ਘਰ ਘੇਰੇ ਜਾ ਰਹੇ ਨੇ ਟਰੈਕਟਰਾਂ ਦੇ ਜ਼ਰੀਏ ਬੀਜੇਪੀ ਆਗੂਆਂ ਦੇ ਤੁਸੀਂ ਕੁਝ ਅਜਿਹਾ ਫੀਡਬੈਕ ਵੀ ਸ਼ੇਅਰ ਕੀਤਾ ਕਿ ਕੁਝ ਦਿੱਕਤ ਦੀ ਸਥਿਤੀ ਜਿਹੜੀ ਉਹ ਪੈਦਾ ਹੋ ਸਕਦੀ ਹੈ ਅਸੀਂ ਦੇਖੋ ਦੋ ਚੀਜ਼ਾਂ ਨੇ ਹਾਂਜੀ ਪਹਿਲਾ ਤੁਹਾਡਾ ਸਵਾਲ ਸੀਗਾ ਕਿ ਸ਼ੰਕਾਵਾਂ ਹਾਂਜੀ ਇਹ ਅੰਦੋਲਨ ਚੱਲੇ ਹੀ ਸ਼ੰਕਾਵਾਂ ਦੇ ਸਿਰ ਤੇ ਸੀਗਾ ਕਿ ਜੀ ਖਦਸ਼ੇ ਹੈ ਕਿ MSP ਖਤਮ ਹੋ ਜਾਏਗੀ ਖਦਸ਼ਾ ਹੈ ਕਿ ਜੇ ਕੰਟਰੈਕਟ ਫਾਰਮਿੰਗ ਦੇ ਵਿੱਚ ਜਿਹੜਾ ਕੰਟਰੈਕਟ ਕਰਨ ਵਾਲਾ ਪ੍ਰਾਈਵੇਟ ਅਦਾਰਾ ਹੈਗਾ ਅਗਰ ਉਹਦੇ ਨਾਲ ਕੋਈ ਡਿਸਪਿਊਟ ਹੋ ਜਾਂਦਾ ਉਹ SDM ਦੀ ਕੋਰਟ 'ਚ ਨਾ ਜਾ ਕੇ ਜੁਡੀਸ਼ਲੀ ਕੋਰਟ ਦੇ ਵਿੱਚ ਜਾਵੇ ਇਸ ਤਰ੍ਹਾਂ ਇਹ ਸ਼ੰਕਾਵਾਂ ਦੇ ਆਧਾਰ ਦੇ ਉੱਪਰ ਹੀ ਅੰਦੋਲਨ ਐਡਾ ਵੱਡਾ ਜਿਹੜਾ ਚੱਲਿਆ ਪੰਜਾਬ 'ਚ ਚੱਲਿਆ ਹੁਣ ਦਿੱਲੀ 'ਚ ਜਾ ਕੇ ਬੈਠ ਗਏ ਕਿਸਾਨ ਭਰਾ ਸਾਡੇ ਸੋ ਸ਼ੰਕਾਵਾਂ ਨੂੰ ਦੂਰ ਕੀਤਾ ਗਿਆ ਹੈਗਾ ਮੈਂ ਤੁਹਾਡੇ ਧਿਆਨ 'ਚ ਲਿਆਉਣੀ ਚਾਹੁੰਦਾ ਕਿ ਜਦੋਂ ਇਹ ਬਿੱਲ ਪਾਸ ਹੋਣੇ ਸੀਗੇ ਉਸ ਬਿੱਲ ਤੋਂ ਪਾਸ ਹੋਣ ਤੋਂ ਪਹਿਲਾਂ ਸਾਡੇ ਸੂਬਾ ਪ੍ਰਧਾਨ ਖੁਦ ਯੂਨੀਅਨ ਦੇ ਦੋ ਵੱਡੇ ਲੀਡਰਾਂ ਨੂੰ ਮਿਲ ਕੇ ਆਏ ਸੀ ਉਹਨਾਂ ਦੇ ਘਰ ਦੇ ਅੰਦਰ ਜਾ ਕੇ ਔਰ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਜੀ MSP ਦੀ ਗਰੰਟੀ ਔਰ ਉਹ ਅੱਜ MSP ਦੀ ਗਰੰਟੀ ਜਿਹੜੀ ਹੈ ਸਰਕਾਰ ਦੇ ਰਹੀ ਹੈ ਉਹਨਾਂ ਨੇ ਪ੍ਰਸਤਾਵ ਦੇ ਵਿੱਚ ਲਿਖ ਕੇ ਭੇਜਿਆ ਹੈਗਾ ਸੋ ਮੈਂ ਸਮਝਦਾ ਕਿ ਪੰਜਾਬ ਦਾ ਇਹਦੇ ਵਿੱਚ ਭਲਾ ਹੈ ਪੰਜਾਬ ਦੀ ਕਿਸਾਨੀ ਦਾ ਭਲਾ ਹੈ ਵੈਸੇ ਤਾਂ ਇਹਨਾਂ ਕਾਨੂੰਨਾਂ ਦੇ ਵਿੱਚ ਕੁਛ ਲੰਬੀ ਚੌੜੀ ਗੱਲ ਪਹਿਲਾਂ ਵੀ ਹੈ ਨਹੀਂ ਸੀਗੀ ਇੱਕ ਸ਼ੰਕਾਵਾਂ ਦੇ ਆਧਾਰ ਤੇ ਖਦਸ਼ਿਆਂ ਦੇ ਆਧਾਰ ਤੇ ਐਡਾ ਵੱਡਾ ਅੰਦੋਲਨ ਕਰ ਲਿਆ ਚਲੋ ਹੁਣ ਉਹ ਖਦਸ਼ੇ ਜਿਹੜੇ ਨੇ ਕੇਂਦਰ ਦੀ ਸਰਕਾਰ ਨੇ ਦੂਰ ਕੀਤੇ ਨੇ ਔਰ ਬੜੇ ਖੁੱਲ੍ਹੇ ਮਨ ਨਾਲ ਕੀਤੇ ਨੇ ਬੜੇ ਉਹਦੇ ਨਾਲ ਕਿ ਇਹ ਹਰ ਤਰ੍ਹਾਂ ਦੀ ਜਿਹੜੀ ਗਰੰਟੀ ਹੈ ਜਿਸ ਤਰ੍ਹਾਂ ਸੁਭਾਸ਼ ਜੀ ਦੱਸ ਰਹੇ ਸੀ ਕਿ ਅੱਜ ਪ੍ਰਧਾਨ ਮੰਤਰੀ ਜੀ ਵੀ ਨੇ ਕਿਹਾ ਔਰ ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਨੇ ਵੀ ਇਸ ਗੱਲ ਦੀ ਗਰੰਟੀ ਦਿੱਤੀ ਹੈ ਕਿ ਅਗਰ ਫੇਰ ਵੀ ਕੋਈ ਕਮੀ ਹੈਗੀ ਹੈ ਤੇ ਉਹ ਦੱਸਣ ਉਹ ਵੀ ਕਰਨ ਨੂੰ ਤਿਆਰ ਹੈ ਸੋ ਉਹਨਾਂ ਦੇ ਆਧਾਰ ਤੇ ਦੇਖੋ ਮੁਲਕ ਹੈ ਮੁਲਕ ਕਾਨੂੰਨ ਬਣਦੇ ਨੇ ਕਾਨੂੰਨ ਕਈ ਜਿਹਨਾਂ ਦੀ ਜਦੋਂ ਜ਼ਰੂਰਤ ਖਤਮ ਹੋ ਜਾਂਦੀ ਹੈ ਉਹ ਹਟਾਏ ਵੀ ਜਾਂਦੇ ਨੇ
ਹੁਣ ਇੱਕ ਨਵੀਂ ਰਾਹ ਹੈ। ਇੰਨੀ ਦੇਰ ਤੋਂ ਕਿਸਾਨ ਜਿਹੜਾ ਹੈ ਉਹ ਇੱਕ ਪੁਰਾਣੀ ਰਾਹ ਤੇ ਚੱਲ ਰਿਹਾ ਸੀ, ਹੁਣ ਨਵੀਂ ਰਾਹ ਤੇ ਚੱਲਣ ਦੀ ਗੱਲ ਹੈ। ਜਿੱਥੋਂ ਤੱਕ ਸਾਡੇ ਪੰਜਾਬ ਦੇ ਅੰਦਰ ਸਾਡੇ ਬੀਜੇਪੀ ਦੇ ਨੇਤਾਵਾਂ ਦੇ ਘਰਾਂ ਦੇ ਬਾਹਰ ਧਰਨੇ ਲਾਉਣ ਦੀ ਗੱਲ ਹੈਗੀ ਆ, ਦੇਖੋ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਅਸੀਂ ਕਿਸਾਨਾਂ ਦੇ ਨਾਲ ਹੈ। ਕਿਸਾਨ ਭਰਾ ਅਗਰ ਅੱਜ 60 ਦਿਨ ਤੋਂ ਜ਼ਿਆਦਾ ਸਾਡੇ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਲਗਭਗ 40 ਦੇ ਕਰੀਬ ਸਾਡੇ ਵਰਕਰ ਨੇ ਜਿਨ੍ਹਾਂ ਦੇ ਘਰਾਂ ਦੇ ਬਾਹਰ ਧਰਨੇ ਲੱਗੇ ਹੋਏ ਨੇ, ਔਰ ਸਾਡੇ ਵਰਕਰਾਂ ਨੇ ਕਦੇ ਉਫ ਨਹੀਂ ਕੀਤੀ। ਉਹ ਉਹਨਾਂ ਦਾ ਸਹਿਯੋਗ ਵੀ ਕਰ ਰਹੇ ਨੇ ਔਰ ਹਰ ਤਰ੍ਹਾਂ ਨਾਲ ਕਹਿੰਦੇ ਨੇ ਕਿ ਅਸੀਂ ਤੁਹਾਡੀ ਗੱਲ ਨੂੰ ਕੇਂਦਰ ਦੀ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਕੜੀ ਦੇ ਵਿੱਚ ਅਸੀਂ ਸੂਬਾ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਸਾਡੇ ਪੰਜਾਬ ਤੋਂ ਕੇਂਦਰੀ ਮੰਤਰੀ ਨੇ ਸੋਮ ਪ੍ਰਕਾਸ਼ ਜੀ ਔਰ ਅਸ਼ਵਨੀ ਸ਼ਰਮਾ ਜੀ, ਉਹਦੇ ਨਾਲ ਸਾਡੇ 3-4 ਪੰਜਾਬ ਦੇ ਹੋਰ ਲੀਡਰ ਸੀ, ਅਸੀਂ ਵੀ ਵਿੱਚ ਸੀ। ਅਸੀਂ ਮਿਲੇ ਹਾਂ ਕੇਂਦਰ ਦੀ ਸਰਕਾਰ ਦੀ ਜਿਹੜੇ ਮੰਤਰੀ ਨੇ, ਉਹਨਾਂ ਦੇ ਪ੍ਰਮੁੱਖ ਜਿਹੜੇ ਨੇ ਜਿਨ੍ਹਾਂ ਨੇ ਫੈਸਲੇ ਲੈਣੇ, ਉਹਨਾਂ ਨਾਲ ਗੱਲ ਕੀਤੀ ਹੈ। ਸੋ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਬਾਰ-ਬਾਰ ਇਹੀ ਗੱਲ ਕਹਿ ਰਹੇ ਹਾਂ ਕਿ ਇਹ ਅੰਦੋਲਨ ਦਾ ਹੁਣ ਕੋਈ ਮਤਲਬ ਨਹੀਂ ਰਿਹਾ। ਅੰਦੋਲਨ ਜਿਹੜਾ ਹੈ ਉਹ ਕਿਸਾਨ ਵੀਰਾਂ ਨੂੰ ਵਾਪਸ ਲੈਣਾ ਚਾਹੀਦਾ ਔਰ ਆਪਣੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀਆਂ ਜਿਹੜੀਆਂ ਕੋਈ ਕਮੀ ਹੈ ਉਹਨੂੰ ਖੁਸ਼ਹਾਲੀ ਵੱਲ ਨੂੰ ਲੈ ਕੇ ਜਾਣ ਦਾ ਸਾਨੂੰ ਯਤਨ ਕਰਨਾ ਚਾਹੀਦਾ ਹੈ। ਤੁਸੀਂ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰ ਰਹੇ ਹੋ, ਪਰ ਕਿਸਾਨ ਕਹਿ ਰਹੇ ਨੇ ਕਿ ਸਾਡੀ ਖੁਸ਼ਹਾਲੀ ਦੀ ਗੱਲ ਕਰੋ, ਬਿੱਲ ਵਾਪਸ ਲਓ। ਤੁਸੀਂ ਕਹਿ ਰਹੇ ਹੋ ਕਿ ਸਭ ਕੁਝ ਵਧੀਆ ਹੀ ਵਧੀਆ ਹੈ, ਸਭ ਕੁਝ ਚੰਗਾ ਹੀ ਚੰਗਾ ਹੈ, ਪਰ ਇਸ ਵਿਚਾਲੇ ਸਿਆਸਤ ਵੀ ਹੋ ਰਹੀ ਹੈ ਤੇ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਤੁਹਾਡੇ ਕਈ ਮੰਤਰੀਆਂ ਵੱਲੋਂ ਜਾਂ ਕਈ ਆਗੂਆਂ ਵੱਲੋਂ ਕਿਹਾ ਗਿਆ ਕਿ ਇਹ ਟੁਕੜੇ ਗੈਂਗ ਨੇ, ਇਹਦੇ ਵਿੱਚ ਪ੍ਰੋਟੈਸਟ ਵਿੱਚ ਜਾਂ ਫਿਰ ਕਈ ਤਰ੍ਹਾਂ ਦੀ ਗੱਲਾਂ ਕਹੀਆਂ ਗਈਆਂ। ਫਿਰ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਟੁਕੜੇ ਗੈਂਗ ਜਿਹੜਾ ਅਸਲ ਉਹ ਬੀਜੇਪੀ ਹੈ ਤੇ ਪਹਿਲੇ ਬੀਜੇਪੀ ਹਿੰਦੂ ਮੁਸਲਿਮ ਕਰਦੀ ਸੀ ਤੇ ਹੁਣ ਹਿੰਦੂ ਸਿੱਖ ਵਿੱਚ ਉਹ ਫੁੱਟ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਦੇਖੋ, ਮੈਂ ਸਮਝਦਾ ਸੁਖਬੀਰ ਬਾਦਲ ਜੀ ਦਾ ਬਿਆਨ ਬੜਾ ਮੰਦਭਾਗਾ ਔਰ ਬੜਾ ਅਨਫਾਰਚੂਨੇਟ ਹੈ ਔਰ ਮੈਂ ਤੁਹਾਨੂੰ ਇਹੀ ਸਲਾਹ ਦੇਵਾਂਗਾ ਕਿ ਉਹਨਾਂ ਨੂੰ ਆਪਣੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸਬਕ ਲੈਣਾ ਚਾਹੀਦਾ ਹੈ। ਸਾਡਾ 23 ਸਾਲ ਦਾ ਗਠਬੰਧਨ ਰਿਹਾ ਔਰ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰੇ ਦੀ ਗਾਰੰਟੀ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਸੀ ਔਰ 23 ਸਾਲ ਸੁਖਬੀਰ ਬਾਦਲ ਜੀ ਨੇ ਉਸ ਗਠਬੰਧਨ ਦਾ ਨਿੱਘ ਵੀ ਮੰਨਿਆ ਹੈ। ਉਸ ਗਠਬੰਧਨ ਦੇ ਕਰਕੇ ਹੀ ਡਿਜ਼ਰਵ ਨਾ ਕਰਦੇ ਹੋਏ ਵੀ, ਮੈਨੂੰ ਦੁਹਰਾ ਕੇ ਗੱਲ ਕਹਿ ਰਿਹਾ, ਡਿਜ਼ਰਵ ਨਾ ਕਰਦੇ ਹੋਏ ਵੀ ਪਾਰਟੀ ਨੇ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾਉਣ 'ਚ ਹਾਮੀ ਭਰੀ। ਕਿਉਂ? ਕਿਉਂਕਿ ਇਹ ਗਠਬੰਧਨ ਪੰਜਾਬ ਦੇ ਅਮਨ ਸ਼ਾਂਤੀ ਤੇ ਭਾਈਚਾਰੇ ਦਾ ਹੈ। 2 ਸੀਟਾਂ ਸੀ ਸ਼੍ਰੋਮਣੀ ਅਕਾਲੀ ਦਲ ਦੀਆਂ ਇਸ ਵਾਰ, ਪਿਛਲੀ ਵਾਰੀ 4 ਸੀ, ਇਸ ਵਾਰ 2 ਸੀ ਔਰ ਐਨਡੀਏ ਦੇ ਨਿਯਮਾਂ ਦੇ ਮੁਤਾਬਕ 2 ਸੀਟਾਂ ਵਾਲਿਆਂ ਨੂੰ ਸਟੇਟ ਮਿਨਿਸਟਰੀ ਮਿਲਦੀ ਹੈ। ਕੈਬਨਿਟ 'ਚ ਉਹਨਾਂ ਦੀ ਸ਼੍ਰੀਮਤੀ ਨੂੰ ਜਗ੍ਹਾ ਦਿੱਤੀ। ਡਿਜ਼ਰਵ ਨਹੀਂ ਕਰਦੇ ਸੀ ਕੈਬਨਿਟ ਆਪਣੀਆਂ ਸੀਟਾਂ ਦੇ ਹਿਸਾਬ ਨਾਲ, ਫਿਰ ਵੀ ਪਾਰਟੀ ਨੇ ਸੁਹਿਰਦਤਾ ਦਿਖਾਉਂਦੇ ਹੋਏ ਕੈਬਨਿਟ 'ਚ ਜਗ੍ਹਾ ਦਿੱਤੀ। ਜਿਸ ਪਾਰਟੀ ਨਾਲ ਤੁਸੀਂ ਇੰਨਾ ਲੰਬਾ ਸਮਾਂ ਰਹੇ, ਨਿੱਘ ਮਾਨਿਆ, ਸਰਕਾਰ ਭੋਗੀ, ਅੱਜ ਉਹਦੇ ਬਾਰੇ ਜਿਸ ਤਰ੍ਹਾਂ ਦੇ ਉਹ ਸ਼ਬਦ ਬੋਲ ਰਹੇ ਨੇ, ਮੈਨੂੰ ਲੱਗਦਾ ਹੈ ਉਹਨਾਂ ਦੀ ਸੂਝ-ਬੂਝ ਤੇ ਹੀ ਪ੍ਰਸ਼ਨ ਚਿੰਨ੍ਹ ਹੈ। ਜੈਸੀ ਭਾਸ਼ਾ ਸੁਖਬੀਰ ਜੀ ਬੋਲਦੇ ਆ, ਮੈਂ ਐਸੀ ਭਾਸ਼ਾ ਤਾਂ ਨਹੀਂ ਬੋਲ ਸਕਦਾ ਕਿਉਂਕਿ ਮੇਰੀ ਪਾਰਟੀ ਦੇ ਸੰਸਕਾਰ ਔਰ ਕਲਚਰ ਮੈਨੂੰ ਐਸੀ ਭਾਸ਼ਾ ਵਰਤਣ ਦੀ ਇਜਾਜ਼ਤ ਨਹੀਂ ਦਿੰਦਾ ਔਰ ਮੈਂ ਬੋਲਣਾ ਵੀ ਨਹੀਂ ਚਾਹੁੰਦਾ। ਸਾਡਾ ਉਹਨਾਂ ਨਾਲ ਬੜਾ ਪੁਰਾਣਾ ਰਿਸ਼ਤਾ ਰਿਹਾ ਹੈ, ਲੇਕਿਨ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਸ਼ਾਂਤੀ ਨਾਲ ਬੈਠ ਕੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਕਿ ਪੰਜਾਬ ਦੀ ਜਨਤਾ ਉਹਨਾਂ ਬਾਰੇ ਤੇ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਬਾਰੇ ਕੀ ਸੋਚਦੀ ਹੈ, ਉਹਨਾਂ ਦੇ ਕੀ ਇਲਜ਼ਾਮ ਲੱਗਦੇ ਹੈ, ਕਿਸ ਪ੍ਰਕਾਰ ਦੀਆਂ ਗਤੀਵਿਧੀਆਂ 'ਚੋਂ ਸ਼ਾਮਿਲ ਰਹੇ ਨੇ। ਇਹਦੇ ਬਾਰੇ ਜਰਾ ਉਹ ਚਾਨਣਾ ਪਾਉਣਗੇ ਤਾਂ ਉਹਨਾਂ ਨੂੰ ਸਮਝ ਆ ਜਾਏਗੀ ਕਿ ਉਹ ਕਿੱਥੇ ਖੜੇ ਨੇ ਔਰ ਭਾਰਤੀ ਜਨਤਾ ਪਾਰਟੀ ਕਿੱਥੇ ਖੜੀ ਹੈ। ਜਾਂਦੇ ਜਾਂਦੇ ਹੱਲ ਕਿਵੇਂ ਨਿਕਲੇਗਾ ਕਿ ਡੈਡਲੌਕ ਜਿਹੜਾ ਹੁਣ ਬਰਕਰਾਰ ਹੈ? ਤੁਸੀਂ ਕਹਿ ਰਹੇ ਹੋ ਕਿ ਕਈ ਅੱਜ ਮੋਦੀ ਜੀ ਕਈ ਕਿਸਾਨ ਆਗੂਆਂ ਨਾਲ ਗੁਜਰਾਤ 'ਚ ਜਾ ਕੇ ਮਿਲੇ ਹੈ ਕਿਸਾਨਾਂ ਨਾਲ, ਤੇ ਚਰਚਾਵਾਂ ਇਹ ਹੋ ਰਹੀਆਂ ਨੇ ਕਿ ਜਿਹੜੇ ਇਹ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਇਹਨਾਂ ਨਾਲ ਕਦੋਂ ਰਾਬਤਾ ਹੋਏਗਾ ਜਾਂ ਚਰਚਾਵਾਂ ਇਹ ਹੁੰਦੀਆਂ ਨੇ। ਦੂਜਾ, ਇਸ 'ਤੇ ਸਿਆਸਤ ਇਸ ਤਰੀਕੇ ਨਾਲ ਹੋ ਰਹੀ ਕਿ ਟਵਿੱਟਰ 'ਤੇ ਵੀ ਵਾਰ ਹੋ ਰਿਹਾ ਹੈ, ਪੰਜਾਬ ਤੇ ਦਿੱਲੀ ਵਿੱਚ, ਮਤਲਬ ਜੋ ਸੀਐਮਸ ਨੇ ਉਹਨਾਂ ਵਿੱਚ ਵਾਰ ਹੋ ਰਿਹਾ। ਇਸ ਬਾਰੇ ਤੁਹਾਡੀ ਪ੍ਰਤੀਕਿਰਿਆ? ਨਹੀਂ, ਜਿੱਥੋਂ ਤੱਕ ਤਾਂ ਰਾਬਤੇ ਦੀ ਗੱਲ ਹੈ, ਹਾਂਜੀ, ਕੱਲ ਵੀ ਸਾਡੇ ਖੇਤੀਬਾੜੀ ਮੰਤਰੀ ਸ਼੍ਰੀਮਾਨ ਨਰਿੰਦਰ ਤੋਮਰ ਜੀ ਦੀ ਸਟੇਟਮੈਂਟ ਸੀ ਕਿ ਸਾਡੇ ਦਰਵਾਜ਼ੇ 24 ਘੰਟੇ, ਅੱਜ ਵੀ ਉਹਨਾਂ ਨੇ ਕਿਹਾ, ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਸਾਡੀ ਸਰਕਾਰ ਦੇ ਦਰਵਾਜ਼ੇ ਹਮੇਸ਼ਾ ਕਿਸਾਨਾਂ ਲਈ ਖੁੱਲ੍ਹੇ ਹੈ, ਉਹ ਕਿਸੇ ਟਾਈਮ ਵੀ ਗੱਲਬਾਤ ਵਾਸਤੇ ਆ ਸਕਦੇ ਨੇ, ਕੋਈ ਇਸ਼ੂ ਨਹੀਂ ਹੈਗਾ। ਔਰ ਬੜਾ ਕਲੀਅਰ ਹੈ, ਜਦੋਂ ਹੁਣ ਇਹਨਾਂ ਬਿੱਲਾਂ ਦੇ ਵਿੱਚ ਕੁਛ ਰਿਹਾ ਨਹੀਂ, ਮੈਂ ਤਾਂ ਫਿਰ ਇੱਕ ਵਾਰੀ ਦੁਬਾਰਾ ਰਿਪੀਟ ਕਰ ਰਿਹਾ ਗੱਲ ਨੂੰ, ਜਦੋਂ ਇਹਨਾਂ ਬਿੱਲਾਂ 'ਚ ਕੁਛ ਰਿਹਾ ਹੀ ਨਹੀਂ ਹੈਗਾ ਤੇ ਕਿਸਾਨਾਂ ਵੀਰਾਂ ਨੂੰ ਇਹ ਅੰਦੋਲਨ ਵਾਪਸ ਲੈਣਾ ਚਾਹੀਦਾ। ਬਿੱਲ ਵਾਪਸ, ਜੇ ਇਹਨਾਂ 'ਚ ਕੁਝ ਰਿਹਾ ਨਹੀਂ ਹੈ ਫਿਰ ਬਿੱਲ ਕਿਉਂ ਨਹੀਂ ਵਾਪਸ ਹੋ ਸਕਦੇ ਜੋ ਕਿਸਾਨ ਬਾਰ-ਬਾਰ ਕਹਿ ਰਹੇ ਨੇ? ਦੇਖੋ, ਮੈਂ ਫਿਰ ਇਹ ਗੱਲ ਕਰ ਰਿਹਾ ਕਿ ਇੱਕ ਨਵੀਂ ਲਾਈਨ ਹੈ। ਕਿਸਾਨ ਪੁਰਾਣੀ ਲਾਈਨ ਤੇ ਵੀ ਰਹਿ ਸਕਦਾ ਹੈ ਔਰ ਨਵੀਂ ਲਾਈਨ ਤੇ ਵੀ ਜਾ ਸਕਦਾ ਹੈ। ਅਗਰ ਉਹਨਾਂ ਨੂੰ ਲੱਗਦਾ ਕਿ ਨਵੀਂ ਲਾਈਨ ਤੇ ਜਾਣ ਵਾਸਤੇ ਸਾਨੂੰ ਜ਼ਰੂਰਤ ਨਹੀਂ ਸੀ, ਪੁਰਾਣੇ ਉਹਦੇ ਤੇ ਹੀ ਰਹਿਣਾ ਚਾਹੁੰਦੇ ਤੇ ਪੁਰਾਣੇ ਤੇ ਰਹਿਣ। ਜੇ ਕੋਈ ਕਿਸਾਨ ਵੀਰ ਨਵੀਂ ਲਾਈਨ ਤੇ ਜਾਣਾ ਚਾਹੁੰਦਾ ਹੈ ਤੇ ਨਵੀਂ ਲਾਈਨ ਤੇ ਜਾਵੇ।
ਜੇ ਇਹਨੂੰ ਲੱਗਦਾ ਹੈ ਕਿ ਜਿਹੜਾ ਇਹ ਫਸਲੀ ਚੱਕਰ ਹੈ ਇਹਦੇ ਚੋਂ ਨਿਕਲ ਕੇ ਮੈਂ ਮਸ਼ਰੂਮ ਲਗਾਣੀ ਚਾਹੁੰਦਾ ਹੈ, ਮੈਂ ਦਾਲਾਂ ਬੀਜਣੀਆਂ ਚਾਹੁੰਦਾ ਹੈ, ਮੈਂ ਕੁਝ ਹੋਰ ਨਵਾਂ ਕਰਨਾ ਚਾਹੁੰਦਾ ਹੈ, ਜਾਂ ਕੋਈ ਵੱਡਾ ਜਿਹੜਾ ਜਿਹਨੂੰ FPO ਪ੍ਰਧਾਨ ਮੰਤਰੀ ਜੀ ਨੇ ਇੱਕ ਬੜਾ ਵਧੀਆ ਚਲਾਇਆ ਹੈਗਾ, ਜੇ ਉਹਦੇ 'ਚ ਰਹਿ ਕੇ ਕੰਮ ਕਰਨਾ ਚਾਹੁੰਦਾ ਤੇ ਉਹਦੇ 'ਚ ਕਰੇ, ਨਹੀਂ ਕਰਨਾ ਚਾਹੁੰਦਾ ਤੇ ਪੁਰਾਣੇ ਸਿਸਟਮ 'ਚ ਰਹੇ। ਔਰ ਉਹਦੇ 'ਚ ਜਿਹੜੇ ਖਦਸ਼ੇ ਸੀ ਉਹਨਾਂ ਨੇ ਦੂਰ ਕਰਤੇ। ਸੋ ਇਸ ਕਰਕੇ ਇਹ ਕਾਨੂੰਨਾਂ ਨੂੰ ਲੈ ਕੇ ਆਉਣ ਦੀ ਗੱਲ ਜਿਹੜੀ ਸੀਗੀ, ਇਸ ਕਰਕੇ ਜ਼ਰੂਰੀ ਹੈ ਕਿ ਇਕੱਲੇ ਪੰਜਾਬ ਦੇ ਕਿਸਾਨ ਨਹੀਂ, ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਗੱਲ ਹੋ ਰਹੀ ਹੈ। ਔਰ ਅੱਜ ਪੂਰੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚੋਂ ਬੜੇ ਕਿਸਾਨ ਐਸੇ ਹੋਣਗੇ ਜਿਹੜੇ ਕੰਟਰੈਕਟ ਫਾਰਮਿੰਗ ਨਾਲ ਜੁੜਨਾ ਚਾਹੁੰਦੇ ਹੋਣਗੇ, ਬੜੇ ਕਿਸਾਨ ਹੋਣਗੇ ਜਿਹੜੇ ਸਬਜ਼ੀਆਂ ਬੀਜਣੀਆਂ ਚਾਹੁੰਦੇ ਹੋਣਗੇ, ਬੜੇ ਕਿਸਾਨ ਨੇ ਜਿਹੜੇ ਮਸ਼ਰੂਮ ਲਗਾਉਣੇ ਚਾਹੁੰਦੇ ਹੋਣਗੇ, ਦਾਲਾਂ ਲਗਾਉਣੀਆਂ ਚਾਹੁੰਦੇ ਹੋਣਗੇ। ਸੋ ਉਹਨਾਂ ਨੂੰ ਇਹ ਕਾਨੂੰਨਾਂ ਦਾ ਫਾਇਦਾ ਹੋਣ ਵਾਲਾ। ਪੰਜਾਬ ਦਾ ਕਿਸਾਨ ਨਹੀਂ ਚਾਹੁੰਦਾ ਤੇ ਪੁਰਾਣੇ ਸਿਸਟਮ 'ਚ ਰਹੇ ਨਾ, ਕੋਈ ਦਿੱਕਤ ਨਹੀਂ। ਉਹਦੇ 'ਚ ਜਿਹੜੇ ਖਦਸ਼ੇ ਸੀ ਉਹ ਸਰਕਾਰ ਨੇ ਦੂਰ ਕਰਤੇ ਹੈਗੇ ਆ। ਇਹ ਚਾਹੇ ਨਹੀਂ ਕਹਿਣਾ ਮੇਰਾ। ਚਲੋ ਇੱਕ ਸਵਾਲ ਤੁਹਾਡੇ ਤੋਂ ਵੀ ਕਿ ਖਦਸ਼ੇ ਦੂਰ ਕਰਨ ਦੀ ਗੱਲ ਹੋ ਰਹੀ, ਪਰ ਖਦਸ਼ੇ ਦੂਰ ਕਿਉਂ ਨਹੀਂ ਹੋ ਪਾ ਰਹੇ? ਅੰਦੋਲਨ ਜਿਹੜਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ, ਟਰੈਕਟਰ ਟਰਾਲੀਆਂ ਜਿਹੜੀਆਂ ਲਗਾਤਾਰ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ ਨੇ। ਸੋ ਖਦਸ਼ੇ ਦੂਰ ਕਿਉਂ ਨਹੀਂ ਹੋ ਰਹੇ? ਹੱਲ ਕਿਵੇਂ ਨਿਕਲੇਗਾ? ਨਹੀਂ, ਮੈਨੂੰ ਲੱਗਦਾ ਖਦਸ਼ੇ ਵੀ ਦੂਰ ਹੋਣਗੇ, ਹੱਲ ਵੀ ਨਿਕਲੇਗਾ। ਔਰ ਤੁਸੀਂ ਦੇਖੋ, ਜਿੰਨਾ ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਹੋਇਆ ਸੀਗਾ, ਉਦੋਂ ਕਾਨੂੰਨ ਵਾਪਸ ਲੈਣ ਦੀ ਕੋਈ ਮੰਗ ਹੀ ਨਹੀਂ ਸੀਗੀ। ਉਦੋਂ ਮੰਗ ਸੀ ਸਾਨੂੰ MSP ਦੀ ਗਾਰੰਟੀ ਦੇ ਦਿਓ, ਉਦੋਂ ਮੰਗ ਸੀ ਸਾਡੀ ਮੰਡੀ ਸਿਸਟਮ ਬਰਕਰਾਰ ਰਹਿਣਾ ਚਾਹੀਦਾ ਹੈ, ਉਦੋਂ ਮੰਗ ਸੀ ਸਾਨੂੰ ਕੋਰਟ 'ਚ ਜਾਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ, ਉਦੋਂ ਮੰਗ ਸੀ ਕਿ ਪੈਨ ਕਾਰਡ ਤੇ ਖਰੀਦ ਨਾ ਕਰਕੇ ਉਹਦੀ ਕੋਈ ਰਜਿਸਟ੍ਰੇਸ਼ਨ ਦੀ ਵਿਵਸਥਾ ਹੋਣੀ ਚਾਹੀਦੀ ਹੈ। ਉਹਨਾਂ ਸਾਰੀਆਂ ਮੰਗਾਂ ਤੇ ਕੇਂਦਰ ਸਰਕਾਰ ਨੇ ਮੰਨ ਲਈਆਂ, ਉਹ ਸਾਰੇ ਵਿਸ਼ੇ ਵੀ ਠੀਕ ਕਰਤੇ। ਔਰ ਉਹਨਾਂ ਸੰਸ਼ੋਧਨਾਂ ਤੋਂ ਬਾਅਦ ਹਿੰਦੁਸਤਾਨ ਦੇ ਬਹੁਤ ਸਾਰੇ ਕਿਸਾਨ ਸੰਗਠਨ ਤੁਸੀਂ ਦੇਖਿਆ ਹੋਵੇਗਾ ਪਿਛਲੇ 3 ਦਿਨਾਂ 'ਚ ਤੋਮਰ ਜੀ ਨੂੰ ਮਿਲ ਰਹੇ ਨੇ ਕਿ ਸਾਨੂੰ ਇਹ ਸੰਸ਼ੋਧਨ ਵੀ ਸਵੀਕਾਰ ਹੈ, ਸਾਨੂੰ ਇਹ ਬਿੱਲ ਵੀ ਸਵੀਕਾਰ ਨੇ। ਸੋ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੜੇ ਕੁਝ ਕਿਸਾਨ ਸੰਗਠਨ ਨੇ ਉਹਨਾਂ ਨੂੰ ਵੀ ਹੁਣ ਇਹ ਜ਼ਿੱਦ ਛੱਡਣੀ ਚਾਹੀਦੀ ਹੈ। ਦੇਖੋ, ਜਦੋਂ ਸਰਕਾਰ ਖੁੱਲੇ ਮਨ ਨਾਲ ਗੱਲ ਕਰ ਰਹੀ ਹੈ, ਤੁਹਾਨੂੰ ਇਸ ਤੋਂ ਇਲਾਵਾ ਵੀ ਕੋਈ ਚੀਜ਼ ਲੱਗਦੀ ਹੈ ਤੁਸੀਂ ਉਹ ਵੀ ਦੱਸੋ, ਲੇਕਿਨ ਇਹ ਜਿਹੜਾ ਇੱਕ ਐਟੀਟਿਊਡ ਯੈਸ ਔਰ ਨੋ ਵਾਲਾ ਹੈ, ਇਸ ਐਟੀਟਿਊਡ ਨੂੰ ਉਹਨਾਂ ਨੂੰ ਵੀ ਛੱਡਣਾ ਚਾਹੀਦਾ। ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਉਹ ਵੀ ਸੁਹਿਰਦਤਾ ਦੇ ਨਾਲ ਇਸ ਗੱਲ ਤੇ ਵਿਚਾਰ ਕਰਨ ਕਿ ਇਹ ਵਾਲਾ ਜਿਹੜਾ ਐਟੀਟਿਊਡ ਛੱਡ ਕੇ ਜੋ ਵੀ ਉਹਨਾਂ ਨੂੰ ਹੋਰ ਵਿਸ਼ੇ ਲੱਗਦੇ ਆ ਉਹਨਾਂ ਵਿਸ਼ਿਆਂ ਤੇ ਸਰਕਾਰ ਤਿਆਰ ਹੈ। ਇੱਕ ਖਦਸ਼ਾ ਕਿਸਾਨ ਭਰਾਵਾਂ ਦਾ ਠੀਕ ਹੋਏਗਾ। ਔਰ ਮੈਨੂੰ ਪੂਰੀ ਉਮੀਦ ਹੈ, ਅਸੀਂ ਮਿਲ ਕੇ ਆਏ ਹਾਂ, ਜੋ ਰੁਖ ਸਾਡੇ ਕੇਂਦਰੀ ਮੰਤਰੀਆਂ ਦਾ ਹੈ, ਜਿਸ ਪ੍ਰਕਾਰ ਦਾ ਓਪਨ ਮਾਈਂਡ ਉਹਨਾਂ ਦਾ ਹੈ, ਮੈਨੂੰ ਲੱਗਦਾ ਹੈ ਕਿ ਕਿਸਾਨ ਭਰਾ ਅਗਰ ਗੱਲਬਾਤ ਦਾ ਦੌਰ ਜਾਰੀ ਰੱਖਣਗੇ, ਮੈਨੂੰ ਉਮੀਦ ਹੈ ਕਿ ਅੱਜ ਆਪਣੀ ਮੀਟਿੰਗ 'ਚੋਂ ਫੈਸਲਾ ਲੈਣਗੇ ਕਿ ਉਹਨਾਂ ਨੇ ਕੇਂਦਰ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰਨੀ ਹੈ। ਬਹੁਤ ਜਲਦੀ ਤੁਸੀਂ ਦੇਖਣਾ ਦਾ ਹੱਲ ਨਿਕਲੇਗਾ ਔਰ ਬਹੁਤ ਅੱਛਾ ਹੱਲ ਨਿਕਲੇਗਾ, ਸੁਖਾਵਾਂ ਹੱਲ ਨਿਕਲੇਗਾ। ਸਾਡੇ ਕਿਸਾਨ ਭਰਾ ਜਲਦੀ ਆਪਣੇ ਘਰਾਂ ਨੂੰ ਮੁੜ ਕੇ ਆਉਣਗੇ ਔਰ ਅਸੀਂ ਇਸੇ ਕੋਸ਼ਿਸ਼ 'ਚ ਲੱਗੇ ਹਾਂ ਕਿ ਸਾਡੇ ਸਭ ਕਿਸਾਨ ਭਰਾ, ਸਾਡੀਆਂ ਜਿਹੜੀਆਂ ਮਾਤਾਵਾਂ ਭੈਣਾਂ ਉੱਥੇ ਬੈਠੀਆਂ, ਸਭ ਆਪਣੇ ਆਪਣੇ ਘਰੀ ਆਉਣਗੇ ਔਰ ਪੰਜਾਬ ਵੀ ਖੁਸ਼ਹਾਲ ਰਹੇਗਾ, ਪੰਜਾਬ ਦੀ ਸ਼ਾਂਤੀ ਵੀ ਕਾਇਮ ਰਹੇਗੀ, ਅਮਨ ਸ਼ਾਂਤੀ ਵੀ ਕਾਇਮ ਰਹੇਗੀ। ਔਰ ਇੱਕ ਗੱਲ ਹੋਰ ਮੈਂ ਪਿਛਲੀ ਗੱਲ 'ਚ ਐਡ ਕਰ ਰਿਹਾ, ਤੁਸੀਂ ਸੁਖਬੀਰ ਬਾਦਲ ਜੀ ਦੀ ਗੱਲ ਕੀਤੀ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਗਠਬੰਧਨ ਉਹਨਾਂ ਨੇ ਤੋੜਿਆ। ਇਹ ਭਾਜਪਾ ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਟੁੱਟਿਆ ਹੈ। ਪੰਜਾਬ ਦੇ ਹਿੰਦੂ ਸਿੱਖ ਭਾਈਚਾਰਾ ਕਾਇਮ ਹੈ ਔਰ ਜਦ ਤੱਕ ਭਾਰਤੀ ਜਨਤਾ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਕਾਰਜਕਰਤਾ ਪੰਜਾਬ 'ਚ ਹੈ, ਪੰਜਾਬ ਦੇ ਭਾਈਚਾਰੇ ਨੂੰ ਕੋਈ ਚੋਟ ਨਹੀਂ ਪਹੁੰਚਾ ਸਕਦਾ। ਪੰਜਾਬ ਦੇ ਭਾਈਚਾਰੇ ਦੀ ਗਾਰੰਟੀ ਭਾਰਤੀ ਜਨਤਾ ਪਾਰਟੀ ਹੈ। ਅੱਛਾ, ਇੱਕ ਜਾਂਦੇ ਜਾਂਦੇ ਸਵਾਲ ਇੱਕ ਹੈ ਕਿ A ਟੀਮ ਔਰ B ਟੀਮ ਦੀ ਚਰਚਾ ਹੋ ਰਹੀ ਹੈ। ਕਾਂਗਰਸ ਔਰ ਆਪ ਦੇ ਲੋਕ ਜਿਹੜੇ ਨੇ ਕੁਝ ਇਲਜ਼ਾਮਬਾਜ਼ੀਆਂ ਕਰ ਰਹੇ ਨੇ, ਕਿਹੜੀ ਹੈ ਤੁਹਾਡੀ B ਟੀਮ? ਐਸਾ ਮੈਂ ਤੁਹਾਨੂੰ ਦੱਸਾਂ, ਇਸ ਵੇਲੇ ਸਾਰੀਆਂ ਪਾਰਟੀਆਂ ਨੂੰ ਪੰਜਾਬ 'ਚ BJP ਫੋਬੀਆ ਹੋ ਗਿਆ ਹੈ। ਔਰ ਉਹ BJP ਫੋਬੀਆ ਕਿਉਂ ਹੋ ਗਿਆ ਹੈ? ਕਿਉਂਕਿ ਉਹ ਦੇਖ ਰਹੇ ਨੇ, ਪੋਲੀਟੀਕਲ ਆਦਮੀ ਨਾ ਜੀ ਬੜਾ ਸਿਆਣਾ ਹੁੰਦਾ ਹੈ। ਪੋਲੀਟੀਕਲ ਆਦਮੀ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਹਮਣੇ ਕੀ ਵਾਪਰ ਰਿਹਾ ਹੈ, ਅੱਗੇ ਕੀ ਹੋਣ ਵਾਲਾ ਹੈ। ਤੁਸੀਂ ਦੇਖੋ, ਬੰਗਾਲ 'ਚ BJP ਦੀ ਪ੍ਰੈਜ਼ੈਂਸ ਨਹੀਂ ਸੀ, ਲੇਕਿਨ ਮਮਤਾ ਬੈਨਰਜੀ ਦੇ ਔਰ ਤ੍ਰਿਣਮੂਲ ਨੇ BJP ਤੇ ਹਮਲੇ ਕਰਨੇ ਸ਼ੁਰੂ ਕੀਤੇ, BJP ਕਾਰਜਕਰਤਾਵਾਂ ਨੂੰ ਮਾਰਨਾ ਸ਼ੁਰੂ ਕੀਤਾ, 100 ਤੋਂ ਵੱਧ ਕਾਰਜਕਰਤਾਵਾਂ ਦੀ ਹੱਤਿਆ ਹੋਈ। ਕਿਉਂ ਸ਼ੁਰੂ ਕੀਤਾ? ਉਹਨਾਂ ਨੂੰ ਪਹਿਲਾਂ ਹੀ ਦਿਖਣਾ ਸ਼ੁਰੂ ਹੋ ਗਿਆ ਕਿ BJP ਬੰਗਾਲ 'ਚ ਆ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ 'ਚ ਨਾ ਸਾਰੀਆਂ ਪਾਰਟੀਆਂ ਨੂੰ ਦਿਖਣਾ ਸ਼ੁਰੂ ਹੋ ਗਿਆ ਕਿ 2022 'ਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆ ਰਹੀ ਹੈ। ਇਸ ਕਰਕੇ ਉਹਨਾਂ ਸਾਰਿਆਂ ਦਾ ਨਿਸ਼ਾਨਾ ਹੁਣ BJP ਹੈ। ਉਹ ਇੱਕ ਦੂਜੇ ਨੂੰ ਭੁੱਲ ਗਏ ਨੇ, ਉਹ ਇੱਕ ਦੂਜੇ ਨੂੰ ਉਹਨਾਂ ਨੇ ਛੱਡਤਾ ਹੈ ਤੇ ਸਾਰਿਆਂ ਦਾ ਨਿਸ਼ਾਨਾ ਹੈ। ਔਰ ਮੈਂ ਸਮਝਦਾ ਇੱਕ ਸੰਕੇਤ ਹੈ ਕਿ BJP ਪੰਜਾਬ 'ਚ ਇੱਕ ਬੜੀ ਸ਼ਕਤੀ ਬਣ ਕੇ ਉਭਰੇਗੀ ਔਰ 2022 'ਚ ਸਰਕਾਰ ਬਣਾਏਗੀ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਜੀਵਨ ਜੀ ਤੇ ਸੁਭਾਸ਼ ਜੀ। ਸੋ ਇਹ ਗੱਲਬਾਤ BJP ਦੇ ਉਹ ਆਗੂ ਜਿਹੜੇ ਦਿੱਲੀ ਵਿੱਚ तमाम ਮੰਤਰੀਆਂ ਦੇ ਨਾਲ, ਪੰਜਾਬ BJP ਦੇ ਉਹ ਆਗੂ ਜਿਹੜੇ ਦਿੱਲੀ ਵਿੱਚ तमाम ਮੰਤਰੀਆਂ ਦੇ ਨਾਲ ਗੱਲਬਾਤ ਕਰਕੇ ਆਏ ਨੇ। ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਫੀਡਬੈਕ ਇਹਨਾਂ ਨੇ ਦਿੱਤਾ। ਕੀ ਕੁਝ ਗੱਲਬਾਤ ਰਹੀ ਉਹ ਤੁਸੀਂ ਸੁਣੀ ਜਗਬਾਣੀ ਤੇ। ਕੈਮਰਾਮੈਨ ਰਿੰਕੂ ਦੇ ਨਾਲ ਸ਼ਮਿਤ, ਜਗਬਾਣੀ TV ਚੰਡੀਗੜ੍ਹ।